राखो प्रभु। नानक दे कर हथ हमें अवगुण परे एक गुण नाही। अमृत छाड़ बिखै बिख खाही। माया मोह परम पै भूले। सुत दारा स्यों प्रीत लगाई। एक उत्तम पंथ सुनियो गुर संगत। तह मिलंत जम त्रास मिटाई। एक अरदास पाठ कीरत की। गुरु रामदास राखो सरनाई। एक अरदास पाठ कीरत की। गुरु रामदास राखो सरनाई। गुर बिन घोर अंधार गुरु बिन समझ न आवे। गुर बिन सुरत न सिद्ध गुरु बिन मुक्त न पावै। गुर बिन सुरत न सिद्ध गुरु बिन मुक्त न पावै। गुर कर सच विचार गुरु कर रे मन मेरे। गुर कर शब्द सपुन अगन कटै सब तेरे। गुर कर शब्द सपुन अगन कटै सब तेरे। तेरे कवन कवन गुण कह गावा। तू साहिब गुणी निधाना। तुमरी महिमा बरन न सकूं। तू ठाकुर ऊच भगवाना। तुमरी महिमा बरन न सकूं। तू ठाकुर ऊच भगवाना। सतनाम धन वाहिगुरु साहिब जीओ। एक ओंकार सतनाम करता पुरख निर्भउ निर्वैर। अकाल मूरत अजूनी सैभं गुर प्रसाद। सलोक सहस्कृति महला पंजवा। कतंच माता कतंच पिता कतंच बनिता विनोद सुतै। कतंच प्रात मीत हित बंधव। कतंच मोह कुटुंबयते।
ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਬਿਨੋਦ ਸੁਤੈ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਯਤੇ, ਕਤੰਚ ਚਪਲ ਮੋਹਨੀ ਰੂਪੰ, ਪੇਖੰਤੇ ਤਿਆਗੰ ਕਰੋਤ, ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਅੰ ਅਚੁੱਤ ਤਨੈ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵੈ, ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤੈ, ਤ੍ਰਿਗ ਸਨੇਹੰ ਗ੍ਰਹਾਰਥ ਕਹਿ, ਸਾਧ ਸੰਗ ਸਨੇਹੰ ਸਤਯੰ ਸੁਖਯੰ, ਬਸੰਤ ਨਾਨਕੈ, ਮਿਥਿਅੰਤ ਦੇਹੰ ਖਿਣੰਤ ਬਲਨੰ, ਬਰਦੰਤ ਜਰੂਆ ਹਿਤਿਅੰਤ ਮਾਇਆ, ਅਤਿਅੰਤ ਆਸਾ ਅਥਿਤਯ ਪਵਨੰ, ਗਣੰਤ ਸੁਵਾਸਾ ਪਿਆਨ ਧਰਮੰ, ਪਤੰਤ ਮੋਹ ਕੂਪ ਦੁਰਲਭਯ ਦੇਹੰ, ਤਤ ਆਸਰੰ ਨਾਨਕ, ਗੋਬਿੰਦ ਗੋਬਿੰਦ ਗੋਬਿੰਦ, ਗੋਪਾਲ ਕਿਰਪਾ, ਪਤੰਤ ਮੋਹ ਕੂਪ ਦੁਰਲਭਯ ਦੇਹੰ, ਤਤ ਆਸਰੰ ਨਾਨਕ, ਗੋਬਿੰਦ ਗੋਬਿੰਦ ਗੋਬਿੰਦ, ਗੋਪਾਲ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੁੜ ਮਿਲ ਬੈਠੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਔਰ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਇਲਾਹੀ ਸਾਚੀ ਤੁਰ ਕੀ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਰੋਜ਼ਾਨਾ ਦੀ ਤਰ੍ਹਾਂ ਸ਼ਰਵਣ ਕਰ ਸੁਭਾਗ ਘੜੀਆਂ ਦਾ ਲਾਹਾ ਆਪ ਜੀ ਨੇ ਖੱਟਿਆ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਪਾਵਨ ਬਾਣੀ ਸਹਿਸਕ੍ਰਿਤੀ ਜਿਹਦੇ ਪ੍ਰਥਮ 4 ਸ਼ਲੋਕ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹਨ। ਕੱਲ੍ਹ ਆਪ ਜੀ ਨੇ ਉਹ 4 ਸ਼ਲੋਕ ਵਿਚਾਰ ਸਹਿਤ ਸ਼ਰਵਣ ਕੀਤੇ ਹਨ ਔਰ ਕੱਲ੍ਹ ਵਿਚਾਰ ਕਰਦਿਆਂ ਆਪ ਜੀ ਦੇ ਨਾਲ ਇਹ ਬਚਨ ਵੀ ਸਾਂਝੇ ਕੀਤੇ ਗਏ ਸਨ ਕਿ ਇਹ ਜਿਹੜੇ ਸ਼ਲੋਕ ਹਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ, ਇਹ ਪਹਿਲੀ ਪਾਤਸ਼ਾਹੀ ਜੀ ਨੇ ਬਨਾਰਸ ਵਿਖੇ ਕਾਂਸ਼ੀ ਨਗਰ ਵਿਖੇ ਪੰਡਤ ਗੋਪਾਲ ਰਾਏ ਨੂੰ ਉਪਦੇਸ਼ ਦਿੰਦੇ ਹੋਏ ਉਚਾਰਨ ਕੀਤੇ। ਹੁਣ ਇਹਨਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਮੁਤਾਬਕ
ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ ਸਹਿਸਕ੍ਰਿਤੀ ਸ਼ਲੋਕਾਂ ਦੀ ਆਰੰਭਤਾ ਹੁੰਦੀ ਹੈ। ਉਹ 4 ਸ਼ਲੋਕ ਤੇ ਗੁਰੂ ਨਾਨਕ ਸਾਹਿਬ ਨੇ ਗੋਪਾਲ ਰਾਏ ਪੰਡਤ ਨੂੰ ਉਪਦੇਸ਼ ਦਿੰਦਿਆਂ ਕਾਸ਼ੀ ਵਿਖੇ ਉਚਾਰਨ ਕੀਤੇ ਸਨ। ਪਰ ਇਹ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਸ਼ਲੋਕ ਹਨ, ਇਹ ਸ਼ਲੋਕ ਸਤਿਗੁਰਾਂ ਨੇ ਕਦੋਂ ਉਚਾਰਨ ਕੀਤੇ, ਕਿੱਥੇ ਉਚਾਰਨ ਕੀਤੇ, ਇਹਦੇ ਬਾਰੇ ਜੋ ਸਾਨੂੰ ਕੁਝ ਇਤਿਹਾਸਕ ਪ੍ਰਮਾਣ ਮਿਲਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕਰਵਾਈ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਪੰਜ ਪਾਤਸ਼ਾਹੀਆਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਔਰ 4 ਗੁਰਸਿੱਖਾਂ ਦੀ ਬਾਣੀ ਰਾਗਬੱਧ ਤਰਤੀਬਵਾਰ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ। ਹੁਣ ਇਹ ਜਿਹੜੀ ਸਮੁੱਚੀ ਬਾਣੀ ਹੈ, ਵੈਸੇ ਤੇ ਇਹ ਬਾਣੀ ਬਾਰੇ ਕੁਝ ਇਤਿਹਾਸਕ ਪ੍ਰਮਾਣ ਸਰੋਤ ਮਿਲਦੇ ਨੇ ਕਿ ਇਹ ਬਾਣੀ ਅੱਗੇ ਤੋਂ ਅੱਗੇ ਗੁਰੂ ਸਾਹਿਬਾਨਾਂ ਵੱਲੋਂ ਚੱਲਦਿਆਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਪਹੁੰਚੀ। ਗੁਰੂ ਨਾਨਕ ਮਹਾਰਾਜ ਜੀ ਨੇ ਜਿੰਨੀ ਬਾਣੀ ਉਚਾਰਨ ਕੀਤੀ ਉਹ ਬਾਣੀ ਉਹਨਾਂ ਨੇ ਲਿਖੀ। ਭਗਤਾਂ ਦੀ ਬਾਣੀ ਗੁਰੂ ਨਾਨਕ ਮਹਾਰਾਜ ਨੇ ਇਕੱਤਰ ਕੀਤੀ ਤੇ ਜਿਸ ਵਕਤ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰਗੱਦੀ ਦੀ ਦਾਤ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਖਸ਼ੀ ਤੇ ਜਿੰਨਾ ਬਾਣੀ ਦਾ ਖਜ਼ਾਨਾ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੌਂਪ ਦਿੱਤਾ ਗਿਆ। ਇਹਦੇ ਬਾਰੇ ਪੁਰਾਤਨ ਸਾਡੇ ਗ੍ਰੰਥਾਂ 'ਚੋਂ ਇੱਕ ਗਵਾਹੀ ਮਿਲਦੀ ਹੈ ਕਿ ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ, ਕਿ ਜੋ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਸ਼ਬਦ ਬਾਣੀ ਸੀ ਉਹ ਸਮੁੱਚੀ ਬਾਣੀ ਪੋਥੀ ਜਾਂ ਜਿੰਨੀਆਂ ਵੀ ਪੋਥੀਆਂ 'ਚ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ ਸੌਂਪ ਦਿੱਤੀ। ਇਦੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਗੁਰਗੱਦੀ ਬਖਸ਼ੀ ਬਾਣੀ ਉਹਨਾਂ ਤੱਕ ਪਹੁੰਚੀ, ਉਹਨਾਂ ਗੁਰੂ ਰਾਮਦਾਸ ਸਾਹਿਬ ਨੂੰ ਬਾਣੀ ਗੁਰਗੱਦੀ ਜਦੋਂ ਬਖਸ਼ੀ ਬਾਣੀ ਦਾ ਖਜ਼ਾਨਾ ਉਹਨਾਂ ਨੂੰ ਸੌਂਪ ਦਿੱਤਾ ਗਿਆ। ਇੱਦਾਂ ਫਿਰ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਬਾਣੀ ਗੁਰੂ ਅਰਜਨ ਸਾਹਿਬ ਤੱਕ ਪਹੁੰਚੀ। ਹੁਣ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਹੀ ਕੁਝ ਲੋਕਾਂ ਨੇ ਆਪਣੀਆਂ ਕੱਚੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ। ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਸਿੱਖ ਸੰਗਤ ਨੂੰ ਉਪਦੇਸ਼ ਵੀ ਦਿੱਤਾ ਕਿ ਸੱਚੀ ਬਾਣੀ ਦੇ ਨਾਲ ਜੁੜਨਾ ਹੈ ਔਰ ਕੱਚੀ ਬਾਣੀ ਦੇ ਨਾਲ ਨਹੀਂ ਜੁੜਨਾ। ਉਹ ਆਪਾਂ ਆਨੰਦ ਸਾਹਿਬ 'ਚੋਂ ਸ਼ਬਦ ਵੀ ਪੜ੍ਹਦੇ ਹਾਂ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇਸੇ ਤਰ੍ਹਾਂ ਹੋਰ ਬਾਣੀ 'ਚ ਪ੍ਰਮਾਣ ਮਿਲਦੇ ਹਨ ਕਿ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੀ ਝੜ ਪੜੀਐ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੱਕ ਇਹ ਚੀਜ਼ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਖਾਸ ਤੌਰ 'ਤੇ ਪ੍ਰਿਥੀ ਚੰਦ ਤੇ ਉਹਦੇ ਪੁੱਤਰ ਵੱਲੋਂ ਬਹੁਤ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ ਜਿਨ੍ਹਾਂ 'ਚ ਅਖੀਰ 'ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਦਿੱਤਾ ਜਾਂਦਾ ਸੀ। ਪਹਿਲਾਂ ਕਵਿਤਾ ਆਪਣੀ ਤੇ ਗੱਲ ਆਪਣੀ ਹੁੰਦੀ ਸੀ ਤੇ ਉਹ ਬਾਣੀ ਦੇ ਸਿਧਾਂਤ ਮੁਤਾਬਕ ਗੱਲਾਂ ਵੀ ਨਹੀਂ ਸੀ ਹੁੰਦੀਆਂ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਇਹ ਚੀਜ਼ ਪਤਾ ਲੱਗੀ, ਫਿਰ ਉਹਨਾਂ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਦੇ ਨਾਲ ਵਿਚਾਰ ਕੀਤੀ ਕਿ ਸੰਗਤ 'ਚ ਕੋਈ ਭਰਮ ਭੁਲੇਖਾ ਨਾ ਰਵੇ, ਇਸ ਕਰਕੇ ਬਾਣੀ ਨੂੰ ਇੱਕ ਜਗ੍ਹਾ 'ਤੇ ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕੀਤਾ ਜਾਏ। ਫਿਰ ਅੱਗੇ ਉਸ ਗ੍ਰੰਥ ਦੇ ਉਤਾਰੇ ਸੰਗਤਾਂ ਤੱਕ ਪਹੁੰਚਣਗੇ, ਸੰਗਤ ਨੂੰ ਪਤਾ ਲੱਗ ਜਾਏਗਾ ਸੱਚੀ ਬਾਣੀ ਕੱਚੀ ਬਾਣੀ ਕਿਹੜੀ ਹੈ। ਸੋ ਉਸ ਵਕਤ ਹਾਲਾਂਕਿ ਬਾਣੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਮੌਜੂਦ ਸੀ, ਫਿਰ ਵੀ ਸਤਿਗੁਰਾਂ ਨੇ ਚਾਰੇ ਪਾਸੇ ਹੁਕਮਨਾਮੇ ਲਿਖ ਕੇ ਸਿੱਖ ਸੰਗਤਾਂ ਵਾਲੇ ਪਾਸੇ ਭੇਜੇ ਕਿ ਕਿਸੇ ਕੋਲ ਗੁਰੂ ਸਾਹਿਬ ਦਾ ਲਿਖਿਆ ਕੋਈ ਸ਼ਬਦ ਹੈ, ਕੋਈ ਬਾਣੀ ਹੈ, ਉਹ ਲੈ ਕੇ ਅੰਮ੍ਰਿਤਸਰ ਸਾਹਿਬ ਪਹੁੰਚੋ। ਤੇ ਬਹੁਤ ਦੂਰੋਂ ਨੇੜਿਓਂ ਸੰਗਤਾਂ ਪਹੁੰਚੀਆਂ ਵੀ। ਇਸੇ ਤਰ੍ਹਾਂ ਕਾਸ਼ੀ ਤੋਂ
ਇਹ ਗੋਪਾਲ ਰਾਏ ਪੰਡਤ ਦੇ ਜਿਹੜੇ ਅੱਗੇ ਪੁੱਤ ਪੋਤਰੇ ਸਨ, ਉਹਨਾਂ ਨੇ ਉਹ 4 ਸ਼ਬਦ ਗੁਰੂ ਨਾਨਕ ਸਾਹਿਬ ਵਾਲੇ ਲਿਖੇ ਸੰਭਾਲੇ ਹੋਏ ਸਨ। ਜਦੋਂ ਮਹਾਰਾਜ ਦਾ ਹੁਕਮ ਬਨਾਰਸ ਵਿਖੇ ਪਹੁੰਚਿਆ, ਉਹ ਫਿਰ ਉਹ ਸ਼ਬਦ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ 'ਚ ਹਾਜ਼ਰ ਹੋਏ। ਜੀ ਆ ਸਾਡੇ ਬਜ਼ੁਰਗਾਂ ਨੂੰ ਉਪਦੇਸ਼ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਇਹ 4 ਸ਼ਲੋਕ ਉਚਾਰਨ ਕੀਤੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਬਾਣੀ ਲਈ। ਫਿਰ ਇਹ ਕਹਿਣ ਲੱਗੇ, ਮਹਾਰਾਜ ਹੁਣ ਅਸੀਂ ਤੁਹਾਡੀ ਹਜ਼ੂਰੀ 'ਚ ਆਏ ਹਾਂ। ਜਿਵੇਂ ਕਿਸੇ ਵਕਤ ਸਾਡੇ ਬਜ਼ੁਰਗਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਇਹਨਾਂ ਬਚਨਾਂ, ਇਹਨਾਂ ਸ਼ਬਦਾਂ ਦੇ ਰਾਹੀਂ ਉਪਦੇਸ਼ ਦੀ ਦਾਤ ਬਖਸ਼ੀ, ਉੱਦਾਂ ਹੀ ਹੁਣ ਤੁਸੀਂ ਸਾਨੂੰ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ੋ। ਔਰ ਇਹ ਗੋਪਾਲ ਰਾਏ ਦੀ ਕੁੱਲ ਦੇ ਵਿੱਚੋਂ ਜਿਹੜੇ ਇਹਨਾਂ ਦੇ ਪੁੱਤ ਪੋਤਰੇ ਆਏ ਸਨ, ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਹਿਸਕ੍ਰਿਤੀ ਸ਼ਲੋਕ ਉਚਾਰਨ ਕੀਤੇ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀ ਮੁਤਾਬਕ 31 ਰਾਗਾਂ ਦੀ ਸਮਾਪਤੀ ਜੈਜਾਵੰਤੀ ਰਾਗ ਤੇ ਹੋਈ। ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਸਹਿਸਕ੍ਰਿਤੀ 4 ਸ਼ਲੋਕ ਅੰਕਿਤ ਹਨ। ਫਿਰ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਸਹਿਸਕ੍ਰਿਤੀ ਸ਼ਲੋਕ ਹਨ। ਸੋ ਗੁਰੂ ਅਰਜਨ ਸਾਹਿਬ ਜੀ ਦੇ ਸਹਿਸਕ੍ਰਿਤੀ ਸ਼ਲੋਕਾਂ ਦੀ ਆਰੰਭਤਾ 'ਤੇ ਵੀ ਮੂਲ ਮੰਤਰ ਅੰਕਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1353 ਅੰਗ 'ਤੇ 2 ਵਾਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਮੂਲ ਮੰਤਰ ਹੈ। ਭਾਵੇਂ ਆਪਾਂ ਪਰਸੋਂ ਦੇ ਦੀਵਾਨਾਂ 'ਚ ਵਿਸਥਾਰ ਸਹਿਤ ਮੂਲ ਮੰਤਰ ਦੀ ਵਿਆਖਿਆ ਕਰ ਚੁੱਕੇ ਹਾਂ। ਅੱਜ ਕੇਵਲ ਕੁਝ ਸ਼ਬਦੀ ਅਰਥ ਕਰਕੇ ਫਿਰ ਆਪਾਂ ਇੱਦੋਂ ਅੱਗੇ ਪਾਵਨ ਸ਼ਲੋਕਾਂ ਦੀ ਵਿਚਾਰ ਦੇ ਨਾਲ ਜੁੜਾਂਗੇ। ਇੱਕ ਓੰਕਾਰ ਪਰਮਾਤਮਾ ਇੱਕ ਹੈ, ਸਾਰਿਆਂ 'ਚ ਵਿਆਪਕ ਹੈ, ਸਭ ਥਾਵਾਂ 'ਤੇ ਉਹ ਵਸ ਰਿਹਾ ਹੈ। ਸਤਨਾਮ, ਉਹਦਾ ਜੋ ਨਾਮ ਹੈ ਉਹ ਸਤ ਹੈ, ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈ। ਕਰਤਾ ਪੁਰਖ, ਕਰਤੇ ਦਾ ਭਾਵ ਹੈ ਸਿਰਜਣ ਵਾਲਾ, ਬਣਾਉਣ ਵਾਲਾ, ਕ੍ਰੀਏਟਰ। ਪੁਰਖ ਦਾ ਭਾਵ ਹੈ ਵਿਆਪਕ। ਉਹ ਸਭ ਕੁਝ ਨੂੰ ਸਾਜਣ ਵਾਲਾ ਸਿਰਜਣਹਾਰ ਹੈ ਔਰ ਆਪਣੀ ਸਿਰਜੀ ਹੋਈ ਸਮੁੱਚੀ ਕਾਇਨਾਤ ਅੰਦਰ, ਕੁਦਰਤ ਅੰਦਰ ਉਹ ਵਾਹਿਗੁਰੂ ਅਕਾਲ ਪੁਰਖ ਆਪ ਵਸ ਰਿਹਾ ਹੈ, ਵਿਆਪਕ ਹੈ, ਨਿਰਭਉ। ਭਉ ਮਤਲਬ ਡਰ, ਨਿਰਰਹਿਤ। ਪਰਮਾਤਮਾ ਡਰ ਤੋਂ ਰਹਿਤ ਹੈ, ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ, ਵਾਹਿਗੁਰੂ ਜੀ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ, ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਉਹ ਨਿਰਵੈਰ ਹੈ। ਅਕਾਲ ਮੂਰਤ, ਉਹਦੀ ਜੋ ਹਸਤੀ ਹੈ, ਉਹਦਾ ਜੋ ਸਰੂਪ ਹੈ, ਸ਼ਖਸੀਅਤ ਹੈ ਪਰਮਾਤਮਾ ਦੀ, ਉਹ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ। ਭਾਵ ਨਾ ਉਹਦੇ 'ਤੇ ਮੌਤ ਦਾ ਪ੍ਰਭਾਵ ਹੈ, ਨਾ ਉਹਦੇ 'ਤੇ ਸਮੇਂ ਦਾ ਪ੍ਰਭਾਵ ਹੈ। ਸਾਡੇ 'ਤੇ ਜਾਂ ਸੰਸਾਰ ਦੀ ਹਰ ਵਸਤੂ 'ਤੇ ਸਮੇਂ ਦਾ ਪ੍ਰਭਾਵ ਹੈ। ਚੀਜ਼ਾਂ ਉਪਜਦੀਆਂ ਨੇ, ਪ੍ਰਫੁੱਲਤ ਹੁੰਦੀਆਂ ਨੇ, ਫਿਰ ਇੱਕ ਦਿਨ ਬਿਨਸ ਜਾਂਦੀਆਂ ਹਨ। ਮਨੁੱਖ ਇੱਕ ਦਿਨ ਜਨਮ ਹੋਇਆ, ਫਿਰ ਜੀਵਨ ਦਾ ਪ੍ਰਵਾਹ ਚੱਲਿਆ, ਇੱਕ ਦਿਨ ਸਾਡੇ ਜੀਵਨ ਦਾ ਐਂਡ ਹੋ ਗਿਆ, ਅੰਤ ਹੋ ਗਿਆ, ਮੌਤ ਹੋ ਗਈ। ਪਰ ਪਰਮਾਤਮਾ ਜਨਮ ਮਰਨ 'ਤੇ ਰਹਿਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾ ਉਹਦਾ ਜਨਮ ਹੈ, ਨਾ ਉਹਦੇ 'ਤੇ ਬਚਪਨ, ਜਵਾਨੀ, ਬੁਢਾਪਾ ਹੈ, ਨਾ ਹੀ ਉਹਨੂੰ ਮੌਤ ਆਉਂਦੀ ਹੈ। ਉਹ ਖਤਮ ਹੋਣ ਵਾਲਾ ਨਹੀਂ, ਅਬਿਨਾਸ਼ੀ ਹੈ। ਉਹ ਮਾਲਕ ਦੀ ਜਿਹੜੀ ਸ਼ਖਸੀਅਤ ਸਰੂਪ ਹੈ, ਅਕਾਲ ਹੈ, ਸਮੇਂ ਦੇ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ। ਅਜੂਨੀ, ਉਹ ਜੋਨਾਂ ਤੋਂ ਰਹਿਤ ਹੈ, ਜੋਨਾਂ 'ਚ ਆਉਣ ਵਾਲਾ ਨਹੀਂ ਹੈ, ਵੱਖ ਵੱਖ ਜੋਨਾਂ 'ਚ ਨਹੀਂ ਰੱਬ ਭਟਕਦਾ। ਸਹਿਭੰਗ, ਪਰਮਾਤਮਾ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਹਨੂੰ ਕਿਸੇ ਜਨਨੀ, ਕਿਸੇ ਇਸਤਰੀ, ਕਿਸੇ ਮਾਂ ਨੇ ਜਨਮ ਨਹੀਂ ਦਿੱਤਾ, ਉਹਨੇ ਆਪ ਹੀ ਆਪਣੇ ਆਪ ਨੂੰ ਬਣਾਇਆ ਹੈ, ਰਚਿਆ ਹੈ। ਔਰ ਜਿਹੜੇ ਵਾਹਿਗੁਰੂ ਅਕਾਲ ਪੁਰਖ ਦੀਆਂ ਇਹ ਸਾਰੀਆਂ ਖੂਬੀਆਂ ਨੇ, ਕਿਵੇਂ ਉਸ ਮਾਲਕ ਤੱਕ ਆਪਾਂ ਪਹੁੰਚ ਸਕਦੇ ਹਾਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਸਦਕਾ। ਔਰ ਪ੍ਰਸਾਦ ਸ਼ਬਦ ਬਾਰੇ ਵੀ ਕੱਲ੍ਹ ਆਪਾਂ ਵਿਆਖਿਆ ਕੀਤੀ ਕਿ 3 ਰੂਪਾਂ 'ਚ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ। ਪ੍ਰਸਾਦ
ਸੱਸੇ ਦੱਦੇ ਦੇ ਪੈਰ 'ਚ ਔਂਕੜ ਜਾਂ ਦੱਦਾ ਮੁਕਤਾ ਆਵੇਗਾ, ਉਹਦਾ ਮਤਲਬ ਹੈ ਕਿਰਪਾ। ਤੇ ਜਿੱਥੇ ਪ੍ਰਸਾਦ ਦੇ ਦੱਦੇ ਦੇ ਸਹਾਰੀ ਹੈ ਉੱਥੇ ਹੈ ਕਿਰਪਾ ਨਾਲ, ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਨਾਲ ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ। ਸ਼ਲੋਕ ਸਹਿਸ ਕ੍ਰਿਤੀ ਮਹਿਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਮੁਖਾਰਬਿੰਦ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਸਹਿਸ ਕ੍ਰਿਤੀ ਸ਼ਲੋਕ ਹਨ, ਭਾਵ ਪ੍ਰਾਕ੍ਰਿਤ ਤੇ ਪਾਲੀ ਭਾਸ਼ਾ 'ਚ ਉਚਾਰਨ ਕੀਤੇ ਇਹ ਸ਼ਲੋਕ ਹਨ। ਮਹਾਰਾਜ ਫਰਮਾਨ ਕਰਦੇ ਹਨ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤੈ। ਕਤੰਚ, ਕਤੰਚ ਦਾ ਭਾਵ ਹੈ ਕਿੱਥੇ ਹਨ। ਇਹ ਜਿਹੜਾ ਸ਼ਲੋਕ ਹੈ, ਇਸ ਸ਼ਲੋਕ ਦੀ ਅਖੀਰਲੀ ਪੰਕਤੀ 'ਚ ਮਹਾਰਾਜ ਨੇ ਸਮਝਾਇਆ ਹੈ ਕਿ ਪਰਮਾਤਮਾ ਦਾ ਨਾਮ ਜੀਵ ਦੇ ਨਾਲ ਰਹਿੰਦਾ ਹੈ। ਉਹਦੇ ਤੋਂ ਬਿਨਾਂ ਬਾਕੀ ਜਿੰਨੀਆਂ ਵੀ ਚੀਜ਼ਾਂ ਹਨ, ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਸਭ ਦਾ ਸਾਥ ਛੁੱਟ ਜਾਂਦਾ ਹੈ, ਜਾਂ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਵਿਸਰਦੀਆਂ ਜਾਂਦੀਆਂ ਹਨ, ਸਾਡੇ ਤੋਂ ਅਲੱਗ ਹੁੰਦੀਆਂ ਜਾਂਦੀਆਂ ਹਨ, ਸਭ ਦਾ ਸਾਥ ਛੁੱਟਦਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤੈ। ਮਹਾਰਾਜ ਕਹਿੰਦੇ, ਹੇ ਭਾਈ, ਵੇਖ ਕਿੱਥੇ ਰਹਿ ਜਾਂਦੀ ਹੈ ਮਾਂ, ਭਾਵ ਮਾਂ ਦਾ ਸਾਥ ਵੀ ਹਮੇਸ਼ਾ ਤੇਰੇ ਨਾਲ ਨਹੀਂ ਰਹਿੰਦਾ ਹੈ, ਨਾ ਪਿਤਾ ਦਾ ਸਾਥ ਹਮੇਸ਼ਾ ਰਹਿਣਾ ਹੈ, ਨਾ ਬਨਤਾ, ਬਨਤਾ ਸ਼ਬਦ ਸੋਦਾ ਰਹਿ ਰਾਸ 'ਚ ਵੀ ਆਉਂਦਾ ਹੈ, ਇਹਦਾ ਭਾਵ ਹੈ ਇਸਤਰੀ ਪਤਨੀ, ਨਾ ਪਤਨੀ ਦਾ ਸਾਥ ਹਮੇਸ਼ਾ ਰਹਿੰਦਾ ਹੈ। ਤੇ ਵਿਨੋਦ ਸੁਤੈ, ਪਤਨੀ ਜਾਂ ਪੁੱਤਰ ਜਿਨ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਤੂੰ ਬਹੁਤ ਆਨੰਦ ਮਾਣਦਾ ਹੈ, ਬੜੇ ਖੇੜੇ ਖੁਸ਼ੀਆਂ ਘਰ 'ਚ ਮਨਾਉਂਦਾ ਹੈ, ਕਿੱਥੇ ਰਹਿ ਜਾਂਦੇ ਹਨ ਉਹ, ਭਾਵ ਇਹ ਸਾਰੇ ਹਮੇਸ਼ਾ ਤੇਰੇ ਨਾਲ ਨਹੀਂ ਰਹਿੰਦੇ ਹਨ। ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਯਤੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਭਾਵੇਂ ਕੋਈ ਭਰਾ ਹੈ, ਮਿੱਤਰ ਹੈ, ਕੋਈ ਹਿਤ, ਹਿਤ ਦਾ ਭਾਵ ਹੈ ਪਿਆਰ ਵਾਲਾ, ਔਰ ਬੰਧਵ, ਬੰਧਵ ਦਾ ਭਾਵ ਹੈ ਸੰਬੰਧੀ ਆਦਿਕ, ਜਿਨ੍ਹਾਂ ਦੇ ਨਾਲ ਸਾਡਾ ਕਾਫੀ ਨੇਹ, ਕਾਫੀ ਸਨੇਹ, ਕਾਫੀ ਨੇੜਤਾ ਹੁੰਦੀ ਆ। ਸਤਿਗੁਰੂ ਕਹਿੰਦੇ ਇੱਕ ਸਮਾਂ ਐਸਾ ਆਉਂਦਾ ਉਹ ਵੀ ਤੇਰੇ ਨਾਲ ਨਹੀਂ ਰਹਿੰਦੇ ਹਨ। ਔਰ ਜਿਹੜੇ ਕੁਟੰਬ, ਜਿਹੜੇ ਪਰਿਵਾਰ ਦੇ ਬਹੁਤ ਜ਼ਿਆਦਾ ਤੂੰ ਮੋਹ 'ਚ ਬੱਝਿਆ ਹੈ, ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਇਹ ਪਰਿਵਾਰ ਦਾ ਸਾਥ ਵੀ ਛੁੱਟ ਜਾਂਦਾ ਹੈ। ਇਹ ਸਤਿਗੁਰੂ ਨੇ ਇੱਕ ਪੱਖ ਸਾਡੇ ਸਾਹਮਣੇ ਰੱਖਿਆ ਹੈ, ਕਿਉਂਕਿ ਪਿਛਲੇ ਦਿਨੀ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਮਨੁੱਖ ਬਹੁਤ ਜੀਵਨ ਅੰਦਰ ਬੁਰਾਈਆਂ ਕਮਾਉਂਦਾ ਹੈ, ਤੇ ਉਹਨਾਂ ਬੁਰਾਈਆਂ ਦਾ ਕਾਰਨ ਇਹ ਦੱਸਦਾ ਹੈ ਜੀ, ਘਰ ਪਰਿਵਾਰ ਨੂੰ ਚਲਾਉਣ ਦੇ ਲਈ ਇਹ ਕੁਝ ਕਰਨਾ ਪੈਂਦਾ ਹੈ, ਕਾਰੋਬਾਰ ਨੂੰ ਚਲਾਉਣ ਦੇ ਲਈ ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵੇਖ ਕਰਮ ਤੂੰ ਕਰ ਰਿਹਾ ਹੈ, ਅੱਜ ਤੇਰੇ ਵੱਲੋਂ ਕੀਤੀ ਹੋਈ ਪਾਪੀ ਕਮਾਈ ਨੂੰ ਖਾਣ ਵਾਲੇ ਪਰਿਵਾਰ ਦੇ 4 ਜੀ 10 ਜੀ ਹੋਰ ਹੋ ਸਕਦੇ ਹਨ, ਤੂੰ ਕਮਾਉਂਦਾ ਹੈ, ਉਹ ਖਾ ਰਹੇ ਨੇ। ਉਹਨਾਂ ਨਹੀਂ ਵੇਖਿਆ ਕਿ ਤੂੰ ਕਿੱਦਾਂ ਕਮਾ ਰਿਹਾ, ਭਲਾ ਕਰ ਰਿਹਾ, ਬੁਰਾ ਕਰ ਰਿਹਾ, ਈਮਾਨ ਕਮਾ ਰਿਹਾ, ਬੇਈਮਾਨ ਕਮਾ ਰਿਹਾ ਹੈ। ਉਹਨਾਂ ਦਾ ਤੇ ਬਸ ਇਹ ਆ ਕਿ ਉਹਨਾਂ ਨੂੰ ਖਾਣ ਦੇ ਲਈ ਮਿਲਣਾ ਚਾਹੀਦਾ ਹੈ, ਉਹ ਖਾ ਰਹੇ ਨੇ, ਭੋਗ ਰਹੇ ਹਨ। ਤੇ ਤੂੰ ਆਪਣੇ ਘਰ ਪਰਿਵਾਰ ਨੂੰ ਖਾਂਦਿਆਂ ਭੋਗਦਿਆਂ ਵੇਂਦਾ ਹੈ, ਬੜਾ ਖੁਸ਼ ਹੁੰਦਾ ਹੈ ਕਿ ਮੇਰੇ ਘਰ 'ਚ ਸਾਰੀਆਂ ਚੀਜ਼ਾਂ ਨੇ, ਹਰ ਸੁੱਖ ਸਹੂਲਤ ਮੌਜੂਦ ਹੈ। ਪਰ ਗੁਰੂ ਕਹਿੰਦੇ, ਚੇਤੇ ਰੱਖੀ, ਕਮਾ ਤੂੰ ਰਿਹਾ ਹੈ, ਬੀਜ ਤੂੰ ਬੀਜ ਰਿਹਾ ਹੈ, ਇੱਕ ਦਿਨ ਲੇਖਾ ਵੀ ਤੈਨੂੰ ਦੇਣਾ ਪਵੇਗਾ, ਤੇ ਜਿੱਦਣ ਲੇਖਾ ਦੇਣਾ ਪੈਣਾ ਉਦਣ ਖਾਣ ਵਾਲਿਆਂ 'ਚੋਂ ਕੋਈ ਤੇਰੇ ਨਾਲ ਨਹੀਂ ਹੋਣਾ, ਕੋਈ ਨਾਲ ਨਹੀਂ ਹੋਣਾ। ਸੰਸਾਰੀ ਤੌਰ 'ਤੇ ਵੀ ਆਪਾਂ ਵੇਖਦੇ ਹਾਂ, ਬੰਦਾ ਇੱਕ ਦਿਨ ਕਹਿੰਦਾ ਹੈ ਔਲਾਦ ਨੂੰ, ਮੈਂ ਤੁਹਾਡੇ ਲਈ ਇੰਨਾ ਕੁਝ ਕੀਤਾ ਤੇ ਤੁਸੀਂ ਅੱਜ ਇਹ ਕਰ ਰਹੇ ਹੋ ਮੇਰੇ ਨਾਲ, ਉਹ ਅੱਗੋਂ ਝੱਟ ਠੋਕਵਾਂ ਜਵਾਬ ਦੇ ਦਿੰਦੇ, ਅਸੀਂ ਕਿਹੜਾ ਕਿਹਾ ਸੀ ਕਰ, ਤੂੰ ਨਾ ਕਰਦਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਲੇਖਾ ਦੇਣ ਦਾ ਵਕਤ ਆਉਣਾ ਹੈ ਉਦਣ ਤੇਰੇ ਨਾਲ ਕਿਸੇ ਨੇ ਨਹੀਂ ਖਲੋਣਾ। ਕਬੀਰ ਸਾਹਿਬ ਦੇ ਇਹ ਬਚਨ ਸਾਡੇ ਜੀਵਨ ਦੀ ਸੱਚਾਈ ਹੈ। ਉਹ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੇ। ਗੁਰੂ ਨੇ ਵੇਖੋ ਪਰਿਵਾਰ ਛੱਡਣ ਦੀ ਗੱਲ ਨਹੀਂ ਕੀਤੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਪਰ ਪਰਿਵਾਰ ਦਾ ਨਾਂ ਲੈ ਕੇ ਪਰਿਵਾਰ ਨੂੰ ਆਧਾਰ ਬਣਾ ਕੇ ਜਿਹੜੀਆਂ ਆਪਾਂ ਬੇਈਮਾਨੀਆਂ ਕਰਦੇ ਗੁਰੂ ਨੇ ਉਹਨਾਂ ਨੂੰ ਛੱਡਣ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ, ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਇਹ ਤਿੰਨ ਪਹਿਲੇ ਸ਼ਲੋਕ ਨੇ, ਤਿੰਨਾਂ ਦਾ ਭਾਵ ਕਰੀਬਨ ਇਸੇ ਤਰ੍ਹਾਂ ਦਾ ਹੀ ਹੈ, ਜਿਹਦੇ ਰਾਹੀਂ ਮਹਾਰਾਜ ਨੇ ਸਮਝਾਇਆ ਹੈ ਕਿ ਵੇਖ ਇਹ ਜਿਹੜਾ ਘਰ ਪਰਿਵਾਰ ਜਿਹਦੇ ਤੂੰ ਬਹੁਤ ਜ਼ਿਆਦਾ ਪਕੜ ਦੇ ਵਿੱਚ ਬੱਝਿਆ ਹੋਇਆ ਹੈ, ਜਿੱਦਣ ਲੇਖਾ ਦੇਣ ਦਾ ਵਕਤ ਆਉਂਦਾ ਉਦਣ ਇਹਨਾਂ 'ਚੋਂ ਕੋਈ ਤੇਰੇ ਨਾਲ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕਤੰਚ ਚਪਲ ਮੋਹਣੀ ਰੂਪੰ ਪੇਖੰਤੇ ਤਿਆਗੰ ਕਰੋਤ। ਇਹ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਚੰਚਲ ਮਾਇਆ ਹੈ, ਮਾਇਆ ਦਾ ਰੂਪ ਤੇ ਸਰੂਪ ਹੈ, ਇਹ ਵੀ ਇੱਕ ਸਮਾਂ ਐਸਾ ਆਉਂਦਾ ਹੈ ਵੇਂਦਿਆਂ ਵੇਂਦਿਆਂ ਹੀ ਇਹ ਮਾਇਆ ਵੀ ਸਾਥ ਛੱਡ ਦਿੰਦੀ ਹੈ। ਮਾਇਆ ਕਿਸੇ ਦੀ ਨਹੀਂ ਹੁੰਦੀ ਹੈ। ਹਜੂਰ ਬਾਣੀ 'ਚ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ। ਬੰਦਾ ਕਹਿੰਦਾ ਹੈ ਮੈਂ ਮਾਇਆ ਦਾ ਮਾਲਕ ਹਾਂ, ਇਹ ਮਾਇਆ ਮੇਰੀ ਹੈ, ਪਰ ਗੁਰੂ ਕਹਿੰਦੇ ਜਿੱਦਣ ਮਾਲਕ ਮਰਦਾ ਹੈ ਮਾਇਆ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਦੇ ਤੇ ਮਾਲਕ ਬਣਨ ਦੇ ਲਈ ਹੋਰ ਸੈਂਕੜੇ ਸਾਹਮਣੇ ਖਲੋਤੇ ਨੇ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ। ਇੱਕ ਸ੍ਰੀ ਰਾਗ ਅੰਦਰ ਭਗਤ ਬੇਣੀ ਜੀ ਦਾ ਬੜਾ ਕਮਾਲ ਦਾ ਪਿਆਰਾ ਬਚਨ ਹੈ। ਕਹਿੰਦੇ ਅਵਰ ਮਰਤ ਮਾਇਆ ਮਨ ਤੋਲੈ, ਤੋ ਭਗ ਮੁਖ ਜਨਮ ਵਗੋਇਆ। ਘਰ 'ਚ ਬਾਪੂ ਚੜ੍ਹਾਈ ਕਰ ਗਿਆ, ਪਿਤਾ ਚੜ੍ਹਾਈ ਕਰ ਗਿਆ, ਤੇ ਘਰ ਦੇ ਵਿੱਚ ਹੀ ਇੱਦਾਂ ਦੇ ਹੁੰਦੇ ਹਨ ਜਿਹੜੇ ਹਿਸਾਬਾਂ ਕਿਤਾਬਾਂ 'ਚ ਲੱਗੇ ਹੁੰਦੇ ਨੇ ਕਿ ਹੁਣ ਸਾਡੇ ਹਿੱਸੇ ਕੀ ਆਵੇਗਾ, ਭਰਾ ਦੇ ਹਿੱਸੇ ਕੀ ਆਵੇਗਾ। ਮਹਾਰਾਜ ਕਹਿੰਦੇ ਇੱਕ ਮਰਿਆ ਪਿਆ ਹੈ, ਇੱਕ ਮਾਇਆ ਦੇ ਹਿਸਾਬ ਕਿਤਾਬ ਜੋੜ ਘਟਾਓ ਕਰ ਰਿਹਾ ਹੈ। ਅਵਰ ਮਰਤ ਮਾਇਆ ਮਨ ਤੋਲੈ, ਤੋ ਭਗ ਮੁਖ ਜਨਮ ਵਗੋਇਆ। ਉਹਦਾ ਕਾਰਨ ਇਹ ਕਿ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ ਹੈ। ਹਜੂਰ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਇ। ਇਹ ਮਾਇਆ ਕੇਵਲ ਵਿਹਾਰ ਹੈ, ਇਹ ਮਾਇਆ ਕੋਈ ਸਾਡੇ ਨਾਲ ਚੱਲਣ ਵਾਲੀ ਚੀਜ਼ ਨਹੀਂ ਹੈ। ਸੋ ਮਹਾਰਾਜ ਕਹਿੰਦੇ ਵੇਖ ਤੇਰੇ ਵੇਂਦਿਆਂ ਵੇਂਦਿਆਂ ਹੀ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਮਾਇਆ ਵੀ ਸਾਥ ਛੱਡ ਦਿੰਦੀ ਹੈ। ਪੇਖੰਤੇ ਤਿਆਗੰ ਕਰੋਤ। ਫਿਰ ਹੁਣ ਬੰਦਾ ਕਵੇਗਾ ਜੀ ਜੇ ਕੁਝ ਵੀ ਨਾਲ ਨਹੀਂ ਹੈ, ਨਾ ਪਰਿਵਾਰ 'ਚੋਂ, ਨਾ ਸੰਬੰਧੀਆਂ 'ਚੋਂ, ਨਾ ਆਪਣਿਆਂ 'ਚੋਂ, ਨਾ ਮਾਇਆ 'ਚੋਂ ਕੋਈ ਨਾਲ ਚੱਲਦਾ ਹੈ, ਫਿਰ ਨਾਲ ਚੱਲਣ ਵਾਲਾ ਕੌਣ ਹੈ? ਤੇ ਗੁਰੂ ਮਹਾਰਾਜ ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਆਂ ਅਚੁੱਤ ਤਨੈ। ਰਹੰਤ ਰਹਿੰਦਾ ਹੈ, ਕੀ ਨਾਲ ਰਹਿੰਦਾ ਹੈ? ਸੰਗ ਭਗਵਾਨ ਸਿਮਰਨ, ਪਰਮਾਤਮਾ ਦਾ ਸਿਮਰਨ ਗੁਰੂ ਕਹਿੰਦੇ ਹਮੇਸ਼ਾ ਤੇਰੇ ਨਾਲ ਰਹਿਣ ਵਾਲਾ ਹੈ। ਵਾਹਿਗੁਰੂ ਦੀ ਕੀਤੀ ਹੋਈ ਇਬਾਦਤ ਬੰਦਗੀ ਉਹ ਲੋਕ ਅੰਦਰ ਵੀ ਤੇਰੀ ਸਾਥੀ ਹੈ, ਪਰਲੋਕ ਅੰਦਰ ਵੀ ਤੇਰੀ ਸਾਥੀ ਹੈ। ਇਹ ਹੁਣ ਸਿਮਰਨ ਦੀ ਦਾਤ ਮਿਲਦੀ ਕਿੱਥੋਂ ਹੈ? ਨਾਨਕ ਲਬਦਿਆਂ ਅਚੁੱਤ ਤਨੈ। ਅਚੁੱਤ ਦਾ ਮਤਲਬ ਹੈ ਅਵਿਨਾਸ਼ੀ ਪਰਮਾਤਮਾ ਜਿਹੜਾ ਕਦੇ ਮਰਨ ਵਾਲਾ ਨਹੀਂ, ਖਤਮ ਹੋਣ ਵਾਲਾ ਨਹੀਂ। ਤੇ ਤਨੈ ਸ਼ਬਦ ਦਾ ਅਰਥ ਹੈ ਪੁੱਤਰ। ਪਰਮਾਤਮਾ ਦੇ ਸਿਮਰਨ ਦੀ ਦਾਤ ਕਿੱਥੋਂ ਮਿਲਦੀ ਹੈ? ਪਰਮਾਤਮਾ ਦੇ ਪੁੱਤਰ ਭਾਵ ਸੰਤ ਜਨਾਂ, ਗੁਰਮੁਖ ਜਨਾਂ ਦੀ ਸੰਗਤ 'ਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ। ਸੋ ਇਹ ਪਹਿਲਾ ਸ਼ਲੋਕ ਹੈ। ਤੇ ਜਦੋਂ ਵੀ ਆਪਾਂ ਬਾਣੀ ਪੜ੍ਹਨੀ ਹੈ ਇਹਦੇ 'ਚ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਧਿਆਨ ਦੇ ਨਾਲ ਪੜ੍ਹਨ ਵਾਲੀਆਂ ਨੇ। ਇੱਕ ਤੇ ਕਤੰਚ, ਇਹ ਕਤੰਚ ਸ਼ਬਦ ਪੜ੍ਹਨਾ ਹੈ। ਦੂਜੇ ਨੰਬਰ ਤੇ ਕੁਟੰਬੇ, ਤੇ ਬੱਬੇ ਦੇ ਪੈਰ 'ਚ ਹਲੰਤ ਲੱਗੀ ਹੈ, ਬੱਬੇ ਦੇ ਸਿਹਾਰੀ ਐੜਾ ਤੇ ਤੱਤੇ ਦੇ ਲਾਂ, ਕੁਟੰਬੇ ਤੇ ਇੱਦਾਂ ਪੜ੍ਹਨਾ ਹੈ ਇਹਨੂੰ। ਔਰ ਤੀਜੇ ਨੰਬਰ ਤੇ ਲਬਦਿਆਂ, ਲਬਦਿਆਂ ਦੇ ਧੱਦੇ ਦੇ ਪੈਰ 'ਚ ਹਲੰਤ ਲੱਗੀ ਹੈ ਜਿਹੜੀ ਕੱਲ
ਆਪ ਜੀ ਦੇ ਨਾਲ ਗੱਲ ਕੀਤੀ ਸੀ, ਜਿਹੜੇ ਵੀ ਅੱਖਰ ਦੇ ਪੈਰ 'ਚ ਇਹ ਮਾਤਰਾ ਲੱਗੀ ਉਸ ਅੱਖਰ ਦੇ ਸਿਹਾਰੀ ਅੱਗੇ ਐੜਾ, ਤੇ ਧੱਦੇ ਦੇ ਉੱਪਰ ਜਿਹੜੀ ਟਿੱਪੀ ਹੈ ਉਹ ਐੜੇ ਤੇ ਟਿੱਪੀ ਪੜ੍ਹੀ ਜਾਣੀ ਹੈ। ਵੈਸੇ ਤੇ ਆਪਾਂ ਫੋਨ ਸਾਰੇ ਰੱਖਦੇ ਹਾਂ, ਕੋਸ਼ਿਸ਼ ਕਰੋ ਜੇ ਫੋਨ ਹੈ ਤੇ ਇਹ ਬਾਣੀ ਜ਼ਰੂਰ ਕੱਢ ਕੇ ਨਾਲ ਸਾਹਮਣੇ ਰੱਖੋ, ਤਾਂ ਕਿ ਨਾਲ ਦੀ ਨਾਲ ਉਹ ਸ਼ਬਦ ਆਪ ਜੀ ਵੇਖਦੇ ਜਾਵੋਗੇ ਤੇ ਉਹਦਾ ਉਚਾਰਨ ਵੀ ਸਮਝ ਆਉਂਦਾ ਜਾਏਗਾ। ਲਬਦਿਅੰਗ, ਲਬਦਿਅੰਗ ਧੱਦੇ ਦੇ ਸਿਹਾਰੀ ਐੜਾ ਤੇ ਉੱਪਰ ਉਹ ਟਿੱਪੀ ਲਗਾ ਕੇ ਪੜ੍ਹਨਾ ਹੈ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਅੰਗ ਅਚੁੱਤ ਤਨੈ, ਹਮੇਸ਼ਾ ਨਾਲ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਿਮਰਨ। ਤੇ ਉਹ ਲੱਭਦਾ ਕਿੱਥੋਂ ਹੈ? ਗੁਰ ਸੰਗਤ ਚੋਂ, ਗੁਰੂ ਕੀ ਸੰਗਤ, ਗੁਰਮੁਖਾਂ ਦੀ ਸੰਗਤ ਚੋਂ। ਇੱਦੋਂ ਅੱਗੇ ਦੂਜਾ ਸ਼ਲੋਕ, ਉਹਦੇ ਵੀ ਭਾਵ ਅਰਥ ਕਰੀਬਨ ਇਸੇ ਤਰ੍ਹਾਂ ਹਨ। ਸਾਹਿਬ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵੈ। ਤ੍ਰਿਗ ਸ਼ਬਦ ਦਾ ਭਾਵ ਹੈ ਫਿਟਕਾਰ। ਕੋਸ਼ਾਂ 'ਚ ਇਸ ਸ਼ਬਦ ਦੇ ਜਿੱਥੇ ਅਰਥ ਲਿਖੇ ਹਨ ਉੱਥੇ ਲਿਖਿਆ ਹੈ ਕਿ ਕਿਸੇ ਨੂੰ 1000 ਵਾਰ ਫਿਟਕਾਰ ਪਾਉਣੀ ਹੋਵੇ, ਦੁਰਫਿੱਟੇ ਮੂੰਹ ਜਿਹੜਾ ਬੋਲਿਆ ਜਾਂਦਾ ਹੈ, 1000 ਵਾਰ ਕਿਸੇ ਨੂੰ ਇਹ ਸ਼ਬਦ ਬੋਲਣਾ ਹੋਵੇ ਤੇ ਉਹਦੇ ਲਈ ਬਸ ਇੱਕ ਤ੍ਰਿਗ ਸ਼ਬਦ, ਤ੍ਰਿਗ ਸ਼ਬਦ। ਤ੍ਰਿਗ ਦਾ ਭਾਵ ਹੈ ਫਿਟਕਾਰਨਾ। ਮਹਾਰਾਜ ਇਸ ਸ਼ਬਦ ਅੰਦਰ ਜਿੱਥੇ ਤ੍ਰਿਗ ਸ਼ਬਦ ਸਤਿਗੁਰੂ ਜੀ ਵਰਤ ਰਹੇ ਨੇ, ਇਹਦਾ ਭਾਵ ਹੈ ਫਿਟਕਾਰ ਯੋਗ, ਮਾੜਾ ਜਾਂ ਤਿਆਗਣ ਯੋਗ। ਮਹਾਰਾਜ ਕਹਿੰਦੇ ਤ੍ਰਿਗ ਮਾਤ ਪਿਤਾ ਸਨੇਹੰ, ਸਨੇਹੰ ਦਾ ਇੱਥੇ ਭਾਵ ਹੈ ਮੋਹ ਦੀ ਉਹ ਬਹੁਤ ਜ਼ਿਆਦਾ ਪਕੜ, ਜਿਹੜੀ ਪਕੜ ਕਰਕੇ ਬੰਦਾ ਗੁਰੂ ਨੂੰ ਭੁੱਲਦਾ ਹੈ, ਰੱਬ ਨੂੰ ਭੁੱਲਦਾ ਹੈ। ਜਿਹੜੀ ਮੋਹ ਦੀ ਪਕੜ ਭਾਈ ਮੂਲੇ ਦੇ ਬਣੀ ਸੀ ਤੇ ਗੁਰੂ ਨਾਨਕ ਦੀ ਆਵਾਜ਼ ਨਹੀਂ ਸੁਣੀ। ਦੁਨੀਆ ਕਾਰਨ ਦੀਨ ਗਵਾਇਆ ਵਾਲੀ ਮੋਹ ਦੀ ਉਹ ਵਾਲੀ ਪਕੜ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ, ਕਿ ਘਰ ਪਰਿਵਾਰ ਦੇ ਮੋਹ ਦੀ ਪਕੜ ਦੇ ਵਿੱਚ ਇੰਨਾ ਜ਼ਿਆਦਾ ਬੰਦਾ ਬੱਝਿਆ ਹੋਵੇ ਕਿ ਗੁਰੂ ਵਾਲੇ ਪਾਸੇ, ਧਰਮ ਵਾਲੇ ਪਾਸੇ ਚੱਲਣ ਦੇ ਲਈ ਰਾਜੀ ਨਹੀਂ ਹੈ। ਮਹਾਰਾਜ ਕਹਿੰਦੇ ਉਹ ਜਿਹੜੀ ਪਕੜ ਹੈ ਨਾ ਉਹ ਫਿਟਕਾਰ ਯੋਗ ਹੈ। ਉਹ ਕਾਹਦਾ ਪਿਆਰ ਹੈ? ਜਿਹੜਾ ਪਿਆਰ ਸਾਨੂੰ ਰੱਬ ਤੋਂ ਤੋੜਦਾ ਪਿਆ ਹੈ। ਜਿਹੜਾ ਮਿੱਤਰ ਸਾਡੀ ਬਾਂਹ ਫੜ ਕੇ ਸਾਨੂੰ ਨਸ਼ਾ ਕਰਨ ਦੇ ਲਈ ਕਹਿ ਰਿਹਾ, ਉਹ ਮਿੱਤਰ ਕਾਹਦਾ? ਉਹ ਤੇ ਦੁਸ਼ਮਣੀ ਕਮਾਉਂਦਾ ਪਿਆ ਹੈ। ਜਿਹੜਾ ਸਾਨੂੰ ਗੁਰੂ ਘਰ ਵਾਲੇ ਪਾਸੇ ਆਉਣ ਤੋਂ ਬਾਂਹ ਫੜ ਕੇ ਕਹਿੰਦਾ ਨਹੀਂ ਆਪਾਂ ਦੂਜੀ ਕਿਸੇ ਥਾਵੇਂ ਜਾਂਦੇ ਆ, ਉਹ ਮਿੱਤਰ ਨਹੀਂ ਹੈ, ਉਹ ਮਿੱਤਰ ਨਹੀਂ। ਮਹਾਰਾਜ ਕਹਿੰਦੇ ਮਿੱਤਰ ਤੇ ਉਹ ਹਨ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ। ਜਿਨ੍ਹਾਂ ਦੇ ਕੋਲ ਬੈਠੇ ਆ, ਜਿਨ੍ਹਾਂ ਦੀ ਸੰਗਤ ਕੀਤਿਆਂ ਮਾੜੀ ਮੱਤ ਦਾ ਨਾਸ਼ ਹੁੰਦਾ ਹੈ, ਉਹ ਮਿੱਤਰ ਹਨ। ਤੇ ਜਿਹੜੇ ਮਾੜੇ ਪਾਸੇ ਖੜਦੇ ਨੇ ਉਹ ਅਸਲ 'ਚ ਮਿੱਤਰ ਨਹੀਂ ਹਨ। ਆਪਾਂ ਉਹਨਾਂ ਨੂੰ ਮਿੱਤਰ ਸਮਝੀ ਜਾਈਏ ਗੱਲ ਵੱਖਰੀ ਹੈ, ਪਰ ਹੈਨ ਉਹ ਦੁਸ਼ਮਣ, ਹੈਨ ਉਹ ਦੁਸ਼ਮਣ। ਉਹਨਾਂ ਬਾਰੇ ਵੀ ਮਹਾਰਾਜ ਬਾਣੀ 'ਚ ਕਹਿੰਦੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਉਹ ਕੇਵਲ ਮਾਇਆ ਦਾ ਸੰਬੰਧ, ਮਨ ਮੁੱਖਾਂ ਦੀ ਦੋਸਤੀ 4 ਦਿਨਾਂ ਦੀ ਖੇਡ ਹੈ। ਇੱਦਾਂ ਦੀ ਪਕੜ ਕੋਈ ਸਾਡਾ ਆਪਣਾ ਸੰਬੰਧੀਆਂ 'ਚੋਂ, ਪਰਿਵਾਰ 'ਚੋਂ ਸਾਨੂੰ ਗੁਰੂ ਵਾਲੇ ਪਾਸਿਓਂ ਰੋਕ ਕੇ ਤੇ ਦੂਜੀ ਕਿਸੇ ਥਾਂ ਤੇ ਬਿਠਾਵੇ, ਉਹ ਸਨੇਹ, ਉਹ ਪਕੜ ਫਿਟਕਾਰ ਯੋਗ ਛੱਡਣ ਵਾਲੀ ਹੈ। ਮਹਾਰਾਜ ਕਹਿੰਦੇ ਤ੍ਰਿਗ ਮਾਤ ਪਿਤਾ ਸਨੇਹੰ, ਤਿਆਗ ਦੇਣਾ ਚਾਹੀਦਾ ਹੈ ਮਾਤਾ ਪਿਤਾ ਦਾ ਝੂਠਾ ਮੋਹ। ਤੇ ਤ੍ਰਿਗ ਸਨੇਹੰ ਭਰਾਤ ਬਾਂਧਵੈ, ਤਿਆਗਣ ਯੋਗ ਹੈ ਸਨੇਹੀਆਂ ਦਾ, ਭਰਾਵਾਂ ਦਾ ਜਾਂ ਹੋਰ ਸੰਬੰਧੀਆਂ ਦਾ ਜਿਹੜਾ ਮੋਹ ਹੈ, ਮੋਹ ਦੀ ਪਕੜ ਦੇ ਵਿੱਚ ਨਹੀਂ ਪੈਣਾ। ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਹ ਸਨੇਹ ਵੀ ਤਿਆਗਣ ਯੋਗ ਹੈ ਜਿਹੜਾ ਪਤਨੀ, ਪੁੱਤਰ ਜਾਂ ਬਿਲਾਸ ਦਾ ਭਾਵ ਹੈ ਹੋਰ ਜਿਹੜੀ ਬੰਦਾ ਇੰਟਰਟੇਨਮੈਂਟ ਦੇ ਵਿੱਚ ਲੱਗ ਜਾਂਦਾ ਹੈ ਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਰੰਗ ਤਮਾਸ਼ਿਆਂ 'ਚ। ਸਭ ਕਹਿੰਦੇ ਉਹ ਵੀ ਜਿਹੜਾ ਸਨੇਹ ਹੈ, ਪਕੜ ਹੈ, ਉਹ ਵੀ ਛੱਡਣ ਵਾਲੀ ਹੈ। ਤ੍ਰਿਗ ਸਨੇਹੰ ਗਿਰਹਾਰਥ ਕਹਿ। ਗਿਰਹਾਰਥ ਦਾ ਮਤਲਬ ਹੈ ਗ੍ਰਸਥ ਪਰਿਵਾਰ ਆਦਿਕ। ਸਭ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਪਰਿਵਾਰ ਦਾ ਸਨੇਹ, ਪਰਿਵਾਰ ਦੀ ਪਕੜ ਹੈ, ਇਹ ਵੀ ਤਿਆਗਣ ਯੋਗ ਹੈ, ਤਿਆਗ ਦੇਣੀ ਚਾਹੀਦੀ ਹੈ। ਝੂਠੀ ਪਕੜ ਦੇ ਵਿੱਚ ਨਹੀਂ ਪੈਣਾ ਹੈ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਸੰਸਾਰ ਦੀ ਪ੍ਰੀਤ ਇੱਕ ਪਾਸੜ ਦੀ ਝੂਠੀ ਪ੍ਰੀਤ ਹੈ।
ਹੁਣ ਮਨੁੱਖ ਕਵੇਗਾ ਜੀ ਜੇ ਇਹ ਸਾਰੇ ਪ੍ਰੇਮ ਝੂਠੇ ਹਨ ਤੇ ਫਿਰ ਸੱਚਾ ਪਿਆਰ ਕਿਹੜਾ, ਸੱਚੀ ਪ੍ਰੀਤ ਕਿੱਧਰ ਜੋੜੀਏ? ਤੇ ਮਹਾਰਾਜ ਕਹਿੰਦੇ ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ ਨਾਨਕੈ। ਸਾਧ ਸੰਗਤ ਦੀ ਜਿਹੜੀ ਪ੍ਰੀਤ ਹੈ ਇਹ ਹੈ ਸੱਚੀ ਪ੍ਰੀਤ। ਤੇ ਜਿਹੜਾ ਸਤ ਸੰਗਤ 'ਚ ਜੁੜ ਕੇ ਗੁਰੂ ਕੇ ਉਪਦੇਸ਼ ਹਰ ਕੇ ਸਿਮਰਨ ਦੇ ਨਾਲ ਜੁੜਦਾ ਹੈ ਉਹ ਹੈ ਸੁਖੀ। ਜਿਹੜਾ ਕੇਵਲ ਸੰਸਾਰ ਦੇ ਮੋਹ ਮਾਇਆ ਦੇ ਚਿੱਕੜ 'ਚ ਫਸਿਆ ਹੋਇਆ ਹੈ ਉਹ ਫਿਰ ਦੁੱਖ ਭੋਗਦਾ ਹੈ, ਦੁਖੀ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਇੱਕ ਦਫਾ ਕਿਸੇ ਨੇ ਪੁੱਛਿਆ ਜੀ ਸਭ ਤੋਂ ਪੱਕਾ ਰਿਸ਼ਤਾ ਕਿਹੜਾ ਹੈ? ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮੈਂ ਗੁਰਸਿੱਖਾਂ ਦੇ ਰਿਸ਼ਤੇ ਬਾਰੇ ਦੱਸਦਾ। ਵੈਸੇ ਸਾਡੀਆਂ ਜਿੰਨੀਆਂ ਬਾਹਰ ਦੀਆਂ ਰਿਸ਼ਤੇਦਾਰੀਆਂ ਨੇ ਇਹ ਤਿੰਨ ਚੀਜ਼ਾਂ ਹਨ। ਇੱਕ ਹਨ ਜਿੱਥੇ ਜਿਹੜੇ ਘਰ 'ਚ ਸਾਡਾ ਜਨਮ ਹੁੰਦਾ ਹੈ ਜਿਹਨੂੰ ਕਿਹਾ ਜਾਂਦਾ ਹੈ ਦਾਦਕਾ ਪਰਿਵਾਰ, ਪਿਓ ਦਾਦਾ ਉਹ ਪਰਿਵਾਰ। ਇੱਕ ਹੈ ਸਾਡਾ ਨਾਨਕਾ ਪਰਿਵਾਰ ਤੇ ਇੱਕ ਹੈ ਸਾਡਾ ਸਹੁਰਾ ਪਰਿਵਾਰ। ਅੱਗੇ ਜਿੰਨੀਆਂ ਰਿਸ਼ਤੇਦਾਰੀਆਂ ਨੇ ਇਹ ਤਿੰਨਾਂ ਹੀ ਰਿਸ਼ਤੇਦਾਰੀਆਂ ਦਾ ਵਿਸਤਾਰ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਇੱਕ ਤੇ ਹੈ ਦਾਦਕੇ ਨਾਨਕੇ ਦਾ ਸਹੁਰੇ ਪਰਿਵਾਰ ਦੇ ਸੰਬੰਧ ਆਦਿਕ ਤੇ ਉਹਨਾਂ ਦੀ ਪਕੜ ਨੇੜਤਾ ਜੋ ਵੀ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸੋ ਸਾਧ ਸੰਗਤ ਗੁਰਸਿੱਖਨ ਕੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਜਿਹੜਾ ਗੁਰਸਿੱਖਾਂ ਦਾ ਸਾਧ ਸੰਗਤ ਦੇ ਨਾਲ ਰਿਸ਼ਤਾ ਹੈ ਉਸ ਰਿਸ਼ਤੇ ਦੀ ਬਰਾਬਰੀ ਨਾ ਕੋਈ ਦਾਦਕੇ ਨਾ ਕੋਈ ਨਾਨਕੇ ਨਾ ਕੋਈ ਸਹੁਰੇ ਪਰਿਵਾਰ ਦਾ ਰਿਸ਼ਤਾ ਕਰ ਸਕਦਾ ਹੈ। ਇੱਥੇ ਸੱਚੀ ਪ੍ਰੀਤ ਗੁਰੂ ਨਾਲ ਜੁੜਦੀ ਹੈ, ਜਿਹੜੀ ਪ੍ਰੀਤ ਲੋਕ ਤੇ ਪਰਲੋਕ ਦਾ ਭਲਾ ਕਰਨ ਵਾਲੀ ਹੈ। ਮਹਾਰਾਜ ਕਹਿੰਦੇ ਸਾਧ ਸੰਗ ਸਨੇਹੰ ਸਤਯੰ। ਸਾਧ ਸੰਗਤ ਦੀ ਪ੍ਰੀਤ ਸਤ ਸੰਗਤ 'ਚ ਜੁੜ ਕੇ ਗੁਰੂ ਦੇ ਸ਼ਬਦ ਅਕਾਲ ਪੁਰਖ ਦੇ ਨਾਲ ਕੀਤੀ ਹੋਈ ਪ੍ਰੀਤ ਹੈ। ਇਹ ਸੱਚੀ ਪ੍ਰੀਤ ਸੁੱਖ ਦੇਣ ਵਾਲੀ ਪ੍ਰੀਤ ਹੈ ਜਿਹਦੇ ਸਹਾਰੇ ਮਨੁੱਖ ਸੁਖੀ ਵਸ ਸਕਦਾ ਹੈ। ਇਹ ਦੂਜਾ ਸ਼ਲੋਕ ਹੈ। ਇਸ ਸ਼ਲੋਕ ਅੰਦਰ ਜਿਹੜੇ ਦੋ ਤਿੰਨ ਸ਼ਬਦ ਬਹੁਤ ਸਮਝਣ ਵਾਲੇ, ਇੱਕ ਤੇ ਸ਼ਬਦ ਤ੍ਰਿਗੰਤ ਪੜ੍ਹਨਾ ਹੈ। ਤਦੇ ਦੇ ਸਿਹਾਰੀ ਪੈਰ ਚਰਾਰਾ ਗੱਗਾ ਉੱਪਰ ਟਿੱਪੀ ਤੇ ਤੱਤਾ, ਇਹ ਪੜ੍ਹਨਾ ਹੈ ਤ੍ਰਿਗੰਤ। ਇਸੇ ਤਰ੍ਹਾਂ ਸਨੇਹੰ ਸ਼ਬਦ ਜਿਹੜਾ ਹੈ ਉਹ ਦੋ ਰੂਪਾਂ ਦੇ ਵਿੱਚ ਇਸ ਸ਼ਲੋਕ ਅੰਦਰ ਆਇਆ ਹੈ। ਇੱਕ ਤੇ ਹੈ ਸੱਸਾ ਨੰਨਾ, ਨੰਨੇ ਦੇ ਉੱਪਰ ਇੱਕ ਲਾਂ ਤੇ ਹਾਹੇ ਤੇ ਟਿੱਪੀ ਸਨੇਹੰ। ਪਰ ਇੱਕ ਦੋ ਵਾਰ ਸਨੇਹੰ ਸ਼ਬਦ, ਤਿੰਨ ਵਾਰ ਸਨੇਹੰ ਸ਼ਬਦ ਆਇਆ ਹੈ ਜਿੱਥੇ ਸੱਸੇ ਦੇ ਪੈਰ 'ਚ ਨੰਨਾ ਲੱਗਿਆ ਹੋਇਆ ਹੈ, ਉੱਪਰ ਇੱਕ ਲਾਮ ਤੇ ਹਾਹੇ ਤੇ ਟਿੱਪੀ। ਸਨੇਹੰ ਦੋਵਾਂ ਥਾਵਾਂ ਤੇ ਇਹ ਆਪਾਂ ਪੜ੍ਹਨਾ ਹੈ ਸਨੇਹੰ। ਤੇ ਸਤਯੰ ਸੱਸਾ ਤੱਤੇ ਦੇ ਸਿਹਾਰੀ ਉੱਪਰ ਟਿੱਪੀ ਹੈ, ਇਹ ਸ਼ਬਦ ਦਾ ਉਚਾਰਨ ਕਰਨਾ ਹੈ ਸਤਯੰ। ਸਾਧ ਸੰਗ ਸਨੇਹੰ ਸਤਯੰ। ਸਤ ਸੰਗਤ ਦੀ ਜਿਹੜੀ ਪ੍ਰੀਤ ਹੈ ਉਹ ਸੱਚੀ ਪ੍ਰੀਤ ਹੈ। ਅੱਗੇ ਤੀਜੇ ਸ਼ਲੋਕ ਅੰਦਰ ਮਹਾਰਾਜ ਫਰਮਾਨ ਕਰਦੇ ਹਨ ਮਿਥਯੰਤ ਦੇਹੰ ਖੀਣੰਤ ਬਲਨੰ। ਮਿਥਯੰਤ, ਮਿਥਿਆ ਭਾਵ ਨਾਸ਼ ਹੋ ਜਾਣ ਵਾਲੀ ਹੈ। ਦੇਹੰ ਭਾਵ ਇਹ ਦੇਹ, ਇਹ ਜਿਹੜਾ ਸਰੀਰ ਹੈ ਇਹਨੇ ਇੱਕ ਨਾ ਇੱਕ ਦਿਨ ਮਿੱਟੀ ਦੇ ਵਿੱਚ ਮਿੱਟੀ ਹੋਣਾ ਹੈ। ਖੀਣੰਤ ਬਲਨੰ, ਖੀਣੰਤ ਦਾ ਭਾਵ ਹੈ ਘਟਦਾ ਹੈ। ਬਲਨੰ ਦਾ ਮਤਲਬ ਹੈ ਬਲ, ਤਾਕਤ। ਜਿਹੜੀ ਸਾਡੀ ਤਾਕਤ ਹੈ, ਜਿਹੜੀ ਤਾਕਤ ਐਨਰਜੀ ਇੱਕ ਬੱਚੇ 'ਚ ਹੁੰਦੀ ਹੈ। ਛੋਟਾ ਜਿਹਾ ਬੱਚਾ ਹੈ, ਸਾਰੀ ਦਿਹਾੜੀ ਖੇਡਦਾ ਰਹਿੰਦਾ ਹੈ, ਥੱਕਦਾ ਹੀ ਕੋਈ ਨਹੀਂ ਹੈ। ਉਹ ਐਨਰਜੀ, ਉਹ ਤਾਕਤ ਅੱਗੇ ਜਵਾਨੀ 'ਚ ਨਹੀਂ ਰਹਿੰਦੀ। ਬੰਦਾ 7-8 ਘੰਟੇ ਕੰਮ ਕਰਕੇ ਕਹਿੰਦਾ ਹੁਣ ਮੈਂ ਥੱਕ ਗਿਆ ਹਾਂ, ਤੇ ਉਦੋਂ ਬਾਅਦ ਬਜ਼ੁਰਗੀ 'ਚ ਜਾ ਕੇ ਉਹ ਤਾਕਤ, ਉਹ ਬਲ ਹੋਰ ਜ਼ਿਆਦਾ ਘਟ ਜਾਂਦਾ ਹੈ। ਫਿਰ ਤੇ 4 ਕਦਮ ਵੀ ਤੁਰਦਾ ਹੈ ਬਜ਼ੁਰਗ ਤੇ ਸਾਊ ਸਾਈ ਹੋ ਜਾਂਦਾ ਹੈ। ਮੰਜੇ ਤੇ ਬੈਠਾ ਬੈਠਾ ਵੀ ਇੱਦਾਂ ਕਹਿੰਦਾ ਕਿ ਮੈਂ ਥੱਕਿਆ ਪਿਆ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਦੇਹ ਹੈ ਇਹ ਵੀ ਮਿਥਿਆ ਹੈ, ਨਾਸ਼ਵਾਨ ਹੈ। ਤੇ ਜਿਹੜੀ ਸਾਡੇ ਅੰਦਰ ਤਾਕਤ ਹੈ, ਬਲ ਹੈ, ਇਹ ਵੀ ਖਿਣੰਤ, ਇਹ ਵੀ ਸਮੇਂ ਦੇ ਨਾਲ ਬਲ ਵੀ ਤਾਕਤ ਵੀ ਘਟਦੀ ਜਾਂਦੀ ਹੈ। ਬਰਦੰਤ ਜਰੂਆ ਹਿਤਯੰਤ ਮਾਇਆ। ਬੁਢਾਪਾ ਦਿਨੋਂ ਦਿਨ ਵੱਧਦਾ ਜਾਂਦਾ ਹੈ। ਬਿਰਦੰਤ ਦਾ ਭਾਵ ਹੈ ਵੱਧਦਾ ਹੈ, ਜਰੂਆ ਦਾ ਭਾਵ ਹੈ ਬੁਢਾਪਾ। ਜਰ, ਜਰ ਵੈਸੇ ਮਤਲਬ ਹੈ ਜੰਗਾਲ,
ਹੁਣ ਆਪਾਂ ਕੋਈ ਚੀਜ਼ ਲੋਹੇ ਦੀ ਨਵੀਂ ਖਰੀਦ ਕੇ ਲਿਆਉਂਦੇ ਹਾਂ, ਕੋਈ ਗੱਡੀ ਕਾਰ ਕੁਝ ਵੀ ਹੈ, ਐਨ ਨਵੀਂ ਚਮਕਾਂ ਮਾਰ ਰਹੀ ਹੁੰਦੀ ਹੈ, ਅਤੇ ਉਹੀ ਚੀਜ਼ ਜਦੋਂ ਬਹੁਤ ਪੁਰਾਣੀ ਹੋ ਜਾਂਦੀ ਹੈ 10-15 ਸਾਲਾਂ ਬਾਅਦ ਪੂਰੀ ਤਰ੍ਹਾਂ ਜੰਗਾਲੀ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਹੈ। ਮਹਾਰਾਜ ਨੇ ਬੁਢਾਪੇ ਦੀ ਜਿਹੜੀ ਗੱਲ ਕੀਤੀ ਹੈ ਉਹਨੂੰ ਵੀ ਜ਼ਰਾ ਰੋਗ ਕਿਹਾ ਹੈ, ਜੰਗਾਲ ਬੁਢਾਪਾ ਆ ਗਿਆ। ਸਾਹਿਬ ਕਹਿੰਦੇ ਬਰਦੰਤ ਜਰੂਆ, ਦਿਨੋਂ ਦਿਨ ਇਹ ਜਿਹੜਾ ਤੇਰਾ ਬੁਢਾਪਾ ਹੈ ਇਹ ਵੱਧਦਾ ਜਾਂਦਾ ਹੈ, ਬਲ ਸਰੀਰ 'ਚੋਂ ਘਟਦਾ ਜਾ ਰਿਹਾ ਹੈ, ਇਹਨੂੰ ਬੁਢਾਪਾ ਰੂਪੀ ਜੰਗਾਲ ਵੱਧਦਾ ਜਾ ਰਿਹਾ ਹੈ। ਪਰ ਸਾਹਿਬ ਕਹਿੰਦੇ ਪਰੇਸ਼ਾਨੀ ਕਿਹੜੀ ਗੱਲ ਦੀ ਹੈ? ਹਿਤਿਅੰਤ ਮਾਇਆ, ਜਿਵੇਂ ਜਿਵੇਂ ਸਰੀਰ ਦੀ ਤਾਕਤ ਘਟ ਰਹੀ ਹੈ, ਬੁਢਾਪਾ ਵੱਧ ਰਿਹਾ ਹੈ, ਤਿਵੇਂ ਤਿਵੇਂ ਇਹਦੀ ਮਾਇਆ ਦੀ ਜਿਹੜੀ ਪਕੜ ਹੈ ਵੱਧਦੀ ਜਾ ਰਹੀ ਹੈ। ਬੱਚੇ 'ਚ ਓਨੀ ਮਾਇਆ ਦੀ ਪਕੜ ਨਹੀਂ ਸੀ ਜਿੰਨੀ ਬੁਢਾਪੇ 'ਚ ਬਜ਼ੁਰਗ ਦੇ ਅੰਦਰ ਮਾਇਆ ਦੀ ਪਕੜ ਹੈ। ਇਹ ਵੇਖੋ, ਵੈਸੇ ਜੀਵਨ ਦੇ ਇਹ 4 ਪੜਾਅ ਵਿਚਾਰਵਾਨ ਸਿਆਣੇ ਕਹਿੰਦੇ ਹਨ। ਜਿਹੜੀ ਪ੍ਰਥਮ ਬੱਚੇ ਵਾਲੀ ਅਵਸਥਾ ਹੈ, ਬੱਚਾ ਹੈ ਬਿਲਕੁਲ ਬੇਫਿਕਰ, ਕਿਸੇ ਚੀਜ਼ ਦੀ ਪਰਵਾਹ ਕੋਈ ਨਹੀਂ ਹੈ, ਉਹ ਉਮਰ ਹੈ, ਉਹ ਸਮਾਂ ਹੈ ਜੋਗੀ। ਫਿਰ ਸਹਿਜੇ ਸਹਿਜੇ ਸਮਾਂ ਵੱਧਦਾ ਹੈ, ਇਹਨੂੰ ਭੋਗਾਂ ਦੀ ਸਮਝ ਲੱਗਦੀ ਹੈ, ਇਹ ਬਣ ਗਿਆ ਭੋਗੀ, ਆਹ ਵੀ ਚਾਹੀਦਾ ਉਹ ਵੀ ਚਾਹੀਦਾ ਹੈ, ਖਾਣ ਪੀਣ ਭੋਗਣ ਵਾਲੇ ਪਾਸੇ ਲੱਗ ਗਿਆ, ਜੋਗੀ ਤੋਂ ਭੋਗੀ ਹੋ ਗਿਆ। ਤੇ ਜਦੋਂ ਬਹੁਤ ਜ਼ਿਆਦਾ ਭੋਗਾਂ ਦੇ ਵਿੱਚ ਅੱਗੇ ਲੰਘ ਗਿਆ, ਖਾਣ ਪੀਣ ਭੋਗਣ ਦੀ ਕੋਈ ਲਿਮਟ ਹੀ ਨਾ ਰਹੀ, ਤੇ ਫਿਰ ਮਹਾਰਾਜ ਬਾਣੀ 'ਚ ਵੀ ਕਹਿੰਦੇ ਭੋਗੰ ਤਾਂ ਰੋਗੰ, ਫਿਰ ਇਹ ਬਣ ਗਿਆ ਰੋਗੀ। ਬਿਮਾਰੀਆਂ ਨੇ ਆਣ ਕੇ ਘੇਰ ਲਿਆ, ਬਿਮਾਰ ਹੈ, ਮੰਜੇ ਤੇ ਪਿਆ ਹੈ, ਰੋਗੀ ਹੈ। ਹੁਣ ਸਾਹਮਣੇ ਦੂਜੇ ਹੱਸਦੇ ਖੇਡਦੇ ਪਏ ਹਨ, ਇਹਦੇ ਕੋਲੋਂ ਉੱਠਿਆ ਕੋਈ ਨਹੀਂ ਜਾਂਦਾ, ਇਹਦੇ ਸਰੀਰ 'ਚ ਤਾਕਤ ਕੋਈ ਨਹੀਂ ਰਹੀ ਹੈ, ਤੇ ਹੁਣ ਇਹ ਦੂਜਿਆਂ ਨੂੰ ਵੇਖ ਵੇਖ ਝੂਰਦਾ ਹੈ, ਬਣ ਗਿਆ ਸੋਗੀ। ਪਹਿਲਾਂ ਜੋਗੀ ਸੀ, ਫਿਰ ਭੋਗੀ ਬਣਿਆ, ਫਿਰ ਰੋਗੀ, ਤੇ ਫਿਰ ਸੋਗੀ। ਸੋਗੀ ਬਣ ਗਿਆ, ਅਖੀਰ ਤੇ ਪਹੁੰਚ ਗਿਆ। ਮਹਾਰਾਜ ਕਹਿੰਦੇ ਪਰ ਤਨ ਥਾਕਾ ਮਨ ਦੈਂ ਦਿਸ਼ ਧਾਇਆ, ਤਨ ਥੱਕ ਜਾਂਦਾ, ਸਰੀਰ 'ਚ 4 ਕਦਮ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਹੈ, ਮਨ ਅੰਦਰ ਮਾਇਆ ਦੀ ਪਕੜ ਹੋਰ ਤੋਂ ਹੋਰ ਬਲਵਾਨ ਹੁੰਦੀ ਹੈ। ਹਿਤਿਅੰਤ ਮਾਇਆ, ਮਾਇਆ ਦੀ ਪਕੜ, ਮਾਇਆ ਦਾ ਹਿੱਤ ਹੋਰ ਵੱਧਦਾ ਜਾਂਦਾ ਹੈ। ਅਤਿਅੰਤ ਆਸਾ ਅਥਿਤਿਆ ਭਵਨੰ, ਮਹਾਰਾਜ ਕਹਿੰਦੇ ਇਹਦੇ ਅੰਦਰ ਜਿਹੜੀ ਆਸਾ ਹੈ, ਇੱਛਾਵਾਂ, ਤ੍ਰਿਸ਼ਨਾ, ਲੱਭ ਲੋਭ ਬਹੁਤ ਜ਼ਿਆਦਾ ਵੱਧਦਾ ਜਾਂਦਾ। ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਏਕ ਸਵਾਨ ਦੋਇ ਸਵਾਨੀ ਨਾਲ ਭੜ ਕੇ ਭੌਂਕੈ ਸਦਾ ਬਿਆਲ। ਮਹਾਰਾਜ ਕਹਿੰਦੇ ਸਾਡੇ ਅੰਦਰ ਕੀ ਹੈ? ਇੱਕ ਕੁੱਤਾ ਤੇ 2 ਕੁੱਤੀਆਂ, ਇੱਕ ਹੈ ਤ੍ਰਿਸ਼ਨਾ, ਆਸਾ ਤੇ ਮਨਸਾ। ਸਵੇਰੇ ਉੱਠੀ ਦਾ ਮਗਰੋਂ ਹੈ ਇਹ ਤ੍ਰਿਸ਼ਨਾ, ਇਹ ਆਸਾ, ਇਹ ਜਿਹੜੇ ਸਵਾਨ ਸਵਾਨੀਆਂ ਹਨ, ਇਹ ਭੌਂਕਣਾ ਪਹਿਲਾਂ ਸ਼ੁਰੂ ਕਰ ਦਿੰਦੇ ਹਨ, ਭੜ ਕੇ ਭੌਂਕੇ ਸਦਾ ਬਿਆਲ। ਤੇ ਫਿਰ ਹੁੰਦਾ ਕੀ ਆ? ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਫਿਰ ਉਹ ਅੰਦਰ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ, ਅੰਦਰ ਤ੍ਰਿਸ਼ਨਾ ਆਸਾ ਰੂਪੀ ਕੁੱਤੀਆਂ ਭੌਂਕ ਰਹੀਆਂ ਨੇ। ਉਹਨਾਂ ਦੀ ਪੂਰਤੀ ਦੇ ਲਈ ਬੰਦਾ ਕੀ ਕਰਦਾ ਹੈ? ਜ਼ੁਬਾਨ ਤੋਂ ਝੂਠ ਬੋਲਦਾ ਹੈ, ਕਰ ਬੇਈਮਾਨੀ ਰਿਹਾ ਹੁੰਦਾ ਹੈ, ਤੇ ਬਾਹਰੋਂ ਕਹਿੰਦਾ ਨਾ ਜੀ ਧਰਮ ਦੇ ਨਾਲ ਕਹਿ ਰਿਹਾ, ਬਿਲਕੁਲ ਸੱਚ ਹੈ, ਇੱਦਾਂ ਹੀ ਹੈ। ਧਰਮ ਦਾ ਬੋਲ ਝੂਠ ਰਿਹਾ ਹੁੰਦਾ ਹੈ, ਅੰਦਰ ਦੇ ਲੋਭ, ਅੰਦਰ ਦੀ ਤ੍ਰਿਸ਼ਨਾ ਦੇ ਲਈ, ਪਰ ਬਾਹਰੋਂ ਧਰਮ, ਬਾਹਰੋਂ ਹੋਰ ਇੱਦਾਂ ਦੀਆਂ ਚੀਜ਼ਾਂ ਦੀਆਂ ਬੜੀਆਂ ਕਸਮਾਂ ਖਾ ਖਾ ਕੇ ਤੇ ਇਹ ਆਪਣੇ ਅੰਦਰ ਲੋਭ ਦੀ ਪੂਰਤੀ ਕਰਦਾ ਹੈ। ਮਹਾਰਾਜ ਕਹਿੰਦੇ ਕਾਰਨ ਕੀ ਹੈ? ਦਿਨੋਂ ਦਿਨ ਆਸਾ ਮਨਸਾ ਤ੍ਰਿਸ਼ਨਾ ਇਹ ਵੱਧਦੀ ਜਾ ਰਹੀ ਹੈ। ਸਹਿਸ ਖੱਟੈ ਲੱਖ ਕੋ ਉਠਤਾ ਵੈ, ਤ੍ਰਿਪਤ ਨ ਆਵੈ ਮਾਇਆ ਪਾਛੀ ਪਾਵੈ। ਅਤਿਅੰਤ ਆਸਾ ਅਥਿਤਿਆ ਭਵਨੰ ਹੈ। ਸਰੀਰ 'ਚ ਬੰਦਾ ਸੰਸਾਰ 'ਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਹੈ। ਇਹ ਸੰਸਾਰ ਰੂਪੀ ਘਰ 'ਚ ਅਸੀਂ ਪ੍ਰਾਹੁਣੇ ਦੀ ਤਰ੍ਹਾਂ ਹਾਂ, 4 ਦਿਨਾਂ ਦੇ ਪ੍ਰਾਹੁਣੇ ਹਾਂ, ਫਿਰ ਚਲੇ ਜਾਣਾ। ਜੈਸੇ ਰਹਿਣ ਪਰਾਉਣਾ ਉੱਠ ਚਲਸੈ ਪ੍ਰਭਾਤ, ਇਸੇ ਤਰ੍ਹਾਂ ਜ਼ਿੰਦਗੀ ਦੀ ਰਾਤ ਕੱਟਣ ਦੇ ਲਈ ਇੱਥੇ ਆਏ ਹਾਂ। ਜੀਵਨ ਮੁੱਕਿਆ, ਫਿਰ ਜਾਣਾ ਪੈਣਾ ਹੈ। ਗਣੰਤ ਸਵਾਸਾ ਧਿਆਨ ਧਰਮੰ, ਮਹਾਰਾਜ ਕਹਿੰਦੇ ਚੇਤੇ ਰੱਖੀ
ਤੇਰੇ ਸਾਹ ਗਿਣੇ ਜਾ ਰਹੇ ਹਨ। ਧਰਮ ਰਾਏ ਤੇਰੇ ਸਵਾਸਾਂ ਨੂੰ ਗਿਣਦਾ ਪਿਆ ਹੈ, ਤੇ ਜਿੰਨੀ ਗਿਣਤੀ ਮਿਣਤੀ ਸਵਾਸਾਂ ਦੀ ਤੂੰ ਸੰਸਾਰ ਅੰਦਰ ਲੈ ਕੇ ਆਇਆ ਹੈ, ਜਿੱਦਣ ਉਹ ਗਿਣਤੀ ਪੂਰੀ ਹੋ ਗਈ ਉਦਣ ਇੱਕ ਸਵਾਸ ਵੀ ਤੇਰਾ ਕੋਈ ਵਧਾ ਨਹੀਂ ਹੋ ਸਕਦਾ। ਭਾਵੇਂ ਤੂੰ ਪਰਿਵਾਰ ਦੀ ਪਕੜ ਦੇ ਵਿੱਚ ਬੱਝਾ ਰਹਿ, ਭਾਵੇਂ ਤੂੰ ਮੋਹ ਮਮਤਾ ਦੀ ਪਕੜ 'ਚ ਬੱਝਾ ਰਹਿ, ਤੇਰੇ ਸਾਹ ਗਿਣੇ ਜਾ ਰਹੇ ਹਨ, ਤੇ ਜਿੱਦਣ ਉਹ ਵਾਹਿਗੁਰੂ ਦੇ ਘਰ ਤੋਂ ਆਗਿਆ ਹੋ ਗਈ ਉਦਣ ਤੈਨੂੰ ਸੰਸਾਰ ਤੋਂ ਜਾਣਾ ਪੈਣਾ, ਫਿਰ ਇੱਕ ਵੀ ਸਵਾਸ ਵੱਧ ਨਹੀਂ ਸਕਦਾ। ਪਤੰਤ ਮੋਹ ਕੂਪ ਦੁਰਲਭਿਆ ਦੇਹੰ ਤਤ ਆਸਰੰ ਨਾਨਕ। ਮਹਾਰਾਜ ਕਹਿੰਦੇ ਇਹ ਮਨੁੱਖ ਮੋਹ ਦੇ ਖੂਹ ਦੇ ਵਿੱਚ ਡੁੱਬ ਰਿਹਾ ਹੈ। ਦੇਹ ਸਰੀਰ ਜੀਵਨ ਹੈ ਤੇ ਦੁਰਲਭ, ਪਰ ਬੰਦਾ ਡਿੱਗਿਆ ਪਿਆ ਹੈ ਮੋਹ ਦੇ ਖੂਹ ਦੇ ਵਿੱਚ, ਮੋਹ ਦੇ ਚਿੱਕੜ ਦੇ ਵਿੱਚ। ਤੇ ਫਿਰ ਕੀ ਕਰਨਾ ਚਾਹੀਦਾ ਹੈ ਸਾਨੂੰ? ਤਤ ਦੀ ਵਿਚਾਰ ਫਿਰ ਅਖੀਰ 'ਚ ਜਾ ਕੇ ਮਹਾਰਾਜ ਸਾਡੀ ਝੋਲੀ 'ਚ ਪਾਉਂਦੇ ਨੇ। ਤਤ ਆਸਰੰ ਨਾਨਕ, ਜਿਹੜਾ ਤਤ ਦਾ ਵਿਚਾਰ ਹੈ ਉਹ ਸਤਿਗੁਰੂ ਸਾਨੂੰ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਗੋਬਿੰਦ 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 ਗੋਪਾਲ ਕਿਰਪਾ। ਹੇ ਜੀਵ, ਤਤ ਪਰਮਾਤਮਾ ਦਾ ਆਸਰਾ ਲੈ। ਉਹ ਜਿਹੜਾ ਸੰਸਾਰ ਨੂੰ ਪੈਦਾ ਕਰਨ ਵਾਲਾ, ਸੰਸਾਰ ਨੂੰ ਪਾਲਣ ਵਾਲਾ ਪਰਮਾਤਮਾ ਹੈ, ਉਹਦੀ ਕਿਰਪਾ ਦਾ ਸਹਾਰਾ ਹੀ ਤੈਨੂੰ ਬਚਾ ਸਕਦਾ ਹੈ। ਉਹਦੀ ਕਿਰਪਾ ਦੇ ਨਾਲ ਹੀ ਤੂੰ ਸੰਸਾਰ ਸਾਗਰ ਤੋਂ ਤਰ ਸਕਦਾ ਹੈ। ਇਸ ਕਰਕੇ ਉਸ ਮਾਲਕ ਦੇ ਨਾਲ ਜੁੜ। ਤਿੰਨਾਂ ਹੀ ਸਲੋਕਾਂ ਅੰਦਰ ਪਹਿਲੇ ਸਲੋਕ ਦੇ ਰਾਹੀਂ ਸਤਿਗੁਰੂ ਜੀ ਨੇ ਸਮਝਾਇਆ ਕਿ ਰਹੰਤ ਸੰਗ ਭਗਵਾਨ ਸਿਮਰਨ, ਰਹਿੰਦਾ ਹੈ ਨਾਲ ਕੇਵਲ ਪਰਮਾਤਮਾ ਦਾ ਸਿਮਰਨ। ਦੂਜੇ ਨੰਬਰ 'ਤੇ ਸਤਿਗੁਰੂ ਨੇ ਸਮਝਾਇਆ ਸਾਧ ਸੰਗ ਸਨੇਹੰ ਸਤਯੰ, ਸਤ ਸੰਗਤ ਦੀ ਪ੍ਰੀਤ ਸੱਚੀ ਹੈ। ਤੇ ਤੀਜੇ ਸਲੋਕ ਰਾਹੀਂ ਮਹਾਰਾਜ ਕਹਿੰਦੇ ਪਰਮਾਤਮਾ ਦਾ ਆਸਰਾ ਹੀ ਅਸਲੀ ਆਸਰਾ ਹੈ, ਸੋ ਉਸ ਆਸਰੇ ਦੇ ਨਾਲ ਜੁੜਨਾ ਹੈ। ਇਸ ਸਲੋਕ ਅੰਦਰ ਮਿਥਿਅੰਤ ਸ਼ਬਦ ਥੱਥੇ ਦੇ ਪੈਰ 'ਚ ਹਲੰਤ ਲੱਗੀ ਹੈ, ਮੰਮੇ ਦੇ ਸਿਹਾਰੀ, ਥੱਥੇ ਦੇ ਸਿਹਾਰੀ, ਐੜੇ ਤੇ ਟਿੱਪੀ ਤੇ ਤੱਤਾ, ਮਿਥਿਅੰਤ ਇੱਦਾਂ ਇਹਨੂੰ ਪੜ੍ਹਨਾ ਹੈ। ਹਿਤਯੰਤ ਇਹ ਸ਼ਬਦ ਦਾ ਉਚਾਰਨ ਕਰਨਾ ਹੈ, ਹਿਤਯੰਤ। ਇਸੇ ਤਰ੍ਹਾਂ ਅਥਿਤਯ, ਅਥਿਤਯ, ਅਤਿਅੰਤ ਅਤੇ ਆਸਰੰ, ਇਹ ਸ਼ਬਦ ਜਿਹੜੇ ਹਨ ਇਹਨਾਂ ਦਾ ਉਚਾਰਨ ਕਰਦਿਆਂ ਇਹ ਧਿਆਨ ਜ਼ਰੂਰ ਰੱਖਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਗੁਰੂ ਕੇ ਇਹ ਉਪਦੇਸ਼ ਸ਼ਬਦ ਸਾਡੇ ਹਿਰਦੇ 'ਚ ਵਸਣ, ਜੀਵਨ ਸਫਲ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ